असल फीस बढ़ानी बंद करो, बंद करो, बंद करो। असल फीस बढ़ानी बंद करो, बंद करो, बंद करो। वाइस चांसलर मुर्दाबाद, मुर्दाबाद, मुर्दाबाद। वाइस चांसलर डाउन, 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 डाउन। ਹੁਣ ਇੱਕ ਬੜਾ ਅਹਿਮ ਮਸਲਾ ਕਿ ਵਿਦਿਆਰਥੀਆਂ ਦੀ ਜਿਹੜੀ ਫੀਸ ਆ ਉਹਦੇ ਵਿੱਚ ਇਜ਼ਾਫਾ ਕੀਤਾ ਗਿਆ। ਇਹ ਇਜ਼ਾਫਾ ਕਿਉਂ ਕੀਤਾ ਜਾ ਰਿਹਾ ਕਿ ਵਿਦਿਆਰਥੀਆਂ ਤੋਂ ਵਿੱਦਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਨਿੱਜੀਕਰਨ ਦੇ ਵੱਲੋਂ ਇੱਕ ਧੱਕਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਕਿਸ ਤਰੀਕੇ ਨਾਲ ਇਹ ਫੀਸਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈਗਾ, ਕਾਰਨ ਦੱਸੇ ਜਾਣ। ਯੂਨੀਵਰਸਿਟੀ ਕੀ ਕਰ ਰਹੀ ਹੈ, ਹਰ ਸਾਲ ਇੱਕ ਨਵਾਂ ਫੀਸ ਸਟਰਕਚਰ ਲਿਆਉਂਦੀ ਹੈ। ਕਦੇ ਉਹ 'ਚ 10% ਵਾਧਾ, ਕਦੇ 15% ਵਾਧਾ, ਕਦੇ 8% ਦੇ ਹਿਸਾਬ ਨਾਲ ਵਾਧਾ ਕਰ ਰਹੀ ਹੈ। ਨਾ ਮਨਜ਼ੂਰ, ਨਾ ਮਨਜ਼ੂਰ। ਮਤਲਬ ਲੱਖਪਤੀ ਘਰ ਚੋਂ ਆਉਂਦਾ ਹੈਗਾ, ਉਹ ਤਾਂ UIT 'ਚ ਪੜ੍ਹ ਲੂਗਾ, ਪਰ ਆਮ ਸਟੂਡੈਂਟ ਦਾ ਉੱਥੇ ਬੱਚਾ ਨਹੀਂ ਪੜ੍ਹ ਸਕਦਾ। ਜਿੱਥੇ 90-90 ਹਜ਼ਾਰ ਸਾਲ ਦੀਆਂ ਫੀਸਾਂ ਨੇ, 4 ਸਾਲ ਦਾ ਕੋਰਸ ਹੈ। ਮਤਲਬ ਇੱਕ ਸਟੂਡੈਂਟ ਉੱਥੇ ਘੱਟੋ ਘੱਟ 6-7 ਲੱਖ ਰੁਪਇਆ ਭਰ ਦਿੰਦਾ 4 ਸਾਲ ਦੇ ਵਿੱਚ। ਬੱਚਿਆਂ ਤੋਂ ਪੈਸਾ ਇਕੱਠਾ ਕਰੋ ਤੇ ਡਿਪਾਰਟਮੈਂਟ ਚਲਾਓ, ਫੀਸਾਂ ਵਾਪਸ ਲਓ। ਦੂਜਾ ਕਿ ਹਰ ਸਾਲ ਨਵਾਂ ਸਟਰਕਚਰ ਲਿਆ ਕੇ ਸਾਡੀਆਂ ਫੀਸਾਂ ਵਧਾਉਣੀਆਂ ਬੰਦ ਕਰੋ। ਇਹ ਦੋ ਡਿਮਾਂਡਾਂ ਤੇ ਅੱਜ ਪ੍ਰੋਟੈਸਟ ਸੀਗਾ। ਵਾਈਸ ਚਾਂਸਲਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਲੱਗਦਾ ਕਿ ਉਧਰ ਹੀ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਸਿੱਧੇ ਜਾਂ ਸਿੱਧੇ ਤੌਰ ਤੇ। ਸਸਤੀ ਦੇਣੀ ਤਾਂ ਬਹੁਤ ਦੂਰ ਦੀ ਗੱਲ ਆ। ਤੁਸੀਂ ਪਹਿਲੇ 90,000 ਰੁਪਇਆ ਸਾਲ ਦੀ ਫੀਸ ਲੈ ਰਹੇ ਸੀ, ਉਹਨੂੰ 1,05,000 ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ? उसने लिख के दिया था कि मुझे अपॉइंट करे, आप देखे कैसे इनकी मैं फीसें बढ़ाता हूँ। ਇੱਕ ਮਾਰਜਨਾਈਜ਼ ਸੈਕਸ਼ਨ ਦੇ ਸਵਾਲ ਅੱਡ ਹੁੰਦੇ ਆ ਤੇ ਉਸ ਸੈਕਸ਼ਨ ਦੇ ਸਵਾਲ ਅੱਡ ਹੁੰਦੇ ਆ। ਸਿਰਫ ਇੱਕ ਤਬਕੇ 'ਚੋਂ ਇੱਥੇ ਸੈਕਸ਼ਨ ਆਵੇ। ਲੱਗਦਾ ਕਿ ਉਹ ਪਹੁੰਚ ਖਤਮ ਕਰਨ ਦੀ ਕੋਸ਼ਿਸ਼ ਹੁਣ ਹੋ ਰਹੀ ਹੈ। ਜਿਹੜਾ ਅਸੀਂ ਲੋਨ ਅਪਲਾਈ ਕੀਤਾ ਸੀਗਾ ਫੀਸਾਂ ਭਰਨ ਵਾਸਤੇ, ਸਾਨੂੰ ਉਹ ਥੋੜ੍ਹਾ ਰਿਹਾ ਹੈ। ਮਤਲਬ ਉਹ ਬੱਚੇ ਪ੍ਰਿਵਿਲੇਜ ਘਰਾਂ ਤੋਂ ਨਹੀਂ ਹੈਗੇ, ਉਹ ਲੋਨ ਲੈ ਕੇ ਪੜ੍ਹ ਰਹੇ ਵੀ ਚਲੋ ਸਾਡੀ ਕਿਤਨਾ ਕਿਤੇ ਪਲੇਸਮੈਂਟ ਹੋ ਜੂਗੀ। ਉਹ ਅਫੋਰਡ ਨਹੀਂ ਕਰ ਸਕਦੇ ਐਜੂਕੇਸ਼ਨ। ਪੰਜਾਬ ਦੇ ਸਰਕਾਰੀ ਕਾਲਜ ਲਗਾਤਾਰ ਖਤਮ ਕੀਤੇ ਜਾ ਰਹੇ, ਸਰਕਾਰੀ ਸਕੂਲ ਲਗਾਤਾਰ ਖਤਮ ਕੀਤੇ ਜਾ ਰਹੇ। ਮਤਲਬ ਉਹ ਪਬਲਿਕ ਐਕਸ਼ਨ ਨਾਲ ਖਤਮ ਹੋ ਰਿਹਾ, ਗਵਰਨਮੈਂਟ ਐਕਸ਼ਨ ਨਾਲ ਖਤਮ ਹੋ ਰਿਹਾ। ਮਤਲਬ ਇਹ ਐਜੂਕੇਸ਼ਨ ਤੋਂ ਬਾਹਰ ਕਰਨ ਦੀ ਗੱਲ ਹੈ ਸਾਰੀ। ना मंजूर, ना मंजूर। ਜੇ ਇਹ ਦਾਇਰੇ ਖਤਮ ਹੁੰਦੇ ਆ, ਸਾਡੀ ਪੰਜਾਬੀਆਂ ਦੀ ਜਿਹੜੀ ਸਿੱਖਿਆ ਹੈ ਹਨਾ, ਉਹਦੇ ਸਿੱਧੀ ਸੱਟ ਵੱਜੂਗੀ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਖ-ਵੱਖ ਮਸਲੇ ਜਿਹੜੇ ਨੇ ਲਗਾਤਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਹੁਣ ਇੱਕ ਬੜਾ ਅਹਿਮ ਮਸਲਾ ਕਿ ਵਿਦਿਆਰਥੀਆਂ ਦੀ ਜਿਹੜੀ ਫੀਸ ਆ ਉਹਦੇ ਵਿੱਚ ਇਜ਼ਾਫਾ ਕੀਤਾ ਗਿਆ ਤਾਂ ਇਸ ਇਜ਼ਾਫੇ ਨੂੰ ਕਈ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਇਹ ਇਜ਼ਾਫਾ ਕਿਉਂ ਕੀਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਬਹੁਤ ਸਾਰਾ ਤਬਕਾ ਜਿਹੜਾ ਹੈਗਾ, ਜਿਹੜਾ ਆਮ ਪਰਿਵਾਰਾਂ ਤੋਂ ਆਉਂਦਾ, ਉਹ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਹੈਗਾ ਕਿ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਵਿਦਿਆਰਥੀਆਂ ਤੋਂ ਵਿੱਦਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਨਿੱਜੀਕਰਨ ਦੇ ਵੱਲੋਂ ਇੱਕ ਧੱਕਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਬਹੁਤ ਸਾਰੇ ਸਵਾਲ ਨੇ। ਸਾਡੇ ਨਾਲ ਵਿਦਿਆਰਥੀ ਆਗੂ ਨੇ ਅੱਜ ਵੀ ਉਚੇਚੇ ਤੌਰ ਤੇ ਵਿਦਿਆਰਥੀਆਂ ਦੇ ਨਾਲ ਇਕੱਠ ਕਰਕੇ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈਗਾ ਉੱਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਇਹ ਫੀਸਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈਗਾ, ਕਾਰਨ ਦੱਸੇ ਜਾਣ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਮੰਗ ਕੀਤੀ ਜਾ ਰਹੀ ਕਿ ਇਹ ਫੀਸਾਂ ਦਾ ਇਜ਼ਾਫਾ ਜਿਹੜਾ ਕੀਤਾ ਗਿਆ ਇਹ ਵਾਪਸ ਲਿਆ ਜਾਵੇ। ਬਈ ਜੇ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਇਹ ਇਜ਼ਾਫੇ ਨੂੰ ਸਿੱਧੇ ਤੌਰ ਤੇ ਕੀ ਨਜ਼ਰ ਕੀ ਆ ਰਿਹਾ ਇਹਦੇ ਵਿੱਚ? ਅਸਲ ਦੇ ਵਿੱਚ ਬਾਈ ਗੱਲ ਇਹ ਹੋ ਰਹੀ ਹੈ ਕਿ ਜਦੋਂ ਬੱਚੇ ਨੇ ਐਡਮਿਸ਼ਨ ਲਈ ਹਨਾ, ਉਹਨਾਂ ਨੂੰ ਇੱਕ ਫੀਸ ਸਟਰਕਚਰ ਦਿੱਤਾ ਜਾਂਦਾ ਹੈ ਕਿ ਬਈ ਤੁਹਾਡੀ 4 ਸਾਲ ਵਾਸਤੇ ਫੀਸ ਇਹ ਰਹੂਗੀ। ਪਰ ਯੂਨੀਵਰਸਿਟੀ ਕੀ ਕਰ ਰਹੀ ਹੈ, ਹਰ ਸਾਲ ਇੱਕ ਨਵਾਂ ਫੀਸ ਸਟਰਕਚਰ ਲਿਆਉਂਦੀ ਹੈ ਜਿਹਦੇ ਵਿੱਚ ਉਹ ਕਦੇ ਉਹ 'ਚ 10% ਵਾਧਾ, ਕਦੇ 15% ਵਾਧਾ, ਕਦੇ 8% ਦੇ ਹਿਸਾਬ ਨਾਲ ਵਾਧਾ ਕਰ ਰਹੀ ਹੈ। ਉਹਦੇ ਨਾਲ ਕੀ ਹੋ ਰਿਹਾ, ਹੁਣ ਜਿਹੜੇ UIT ਡਿਪਾਰਟਮੈਂਟ ਹੈ, ਇੱਥੇ ਇੰਜੀਨੀਅਰਿੰਗ ਡਿਪਾਰਟਮੈਂਟ ਹੈ, ਉਹਦੀ ਫੀਸ 1,05,000 ਰੁਪਇਆ ਹੋਊਗੀ। ਹੁਣ ਜਿਹੜਾ ਉਹ 1,05,000 ਰੁਪਇਆ ਫੀਸ ਸਟਰਕਚਰ ਹੈ, ਜਿਹੜਾ ਜਿਹਦੇ ਵਿੱਚ ਅੱਡ ਮਤਲਬ ਫੀਸ ਸਟਰਕਚਰ ਨੇ, ਪਹਿਲੇ ਈਅਰ ਦੀ 1,06,000, ਦੂਜੇ ਈਅਰ ਦੀ 1,04,000, ਫਿਰ ਕਿਸੇ ਦੀ 1,05,000, ਐਵੇਂ ਫੀਸ ਭਰਨੀ ਉਹਨਾਂ ਨੇ ਹੈ ਨਾ। ਤਾਂ ਉਹ ਫੀਸ ਸਟਰਕਚਰ ਇਹ ਕਹਿ ਰਿਹਾ ਵੀ ਜਿਹੜਾ ਬੱਚਾ ਲੱਖਪਤੀ ਘਰ ਚੋਂ ਆਉਂਦਾ ਹੈਗਾ, ਉਹ ਤਾਂ UIT 'ਚ ਪੜ੍ਹ ਲੂਗਾ, ਪਰ ਆਮ ਸਟੂਡੈਂਟ ਦਾ ਉੱਥੇ ਬੱਚਾ ਨਹੀਂ ਪੜ੍ਹ ਸਕਦਾ ਹੈ ਨਾ। ਆਮ ਘਰ ਦਾ ਉੱਥੇ ਬੱਚਾ ਨਹੀਂ ਪੜ੍ਹ ਸਕਦਾ। ਮਤਲਬ ਤੁਸੀਂ ਪਹਿਲਾਂ ਹੀ ਇੱਕ ਪਬਲਿਕ ਯੂਨੀਵਰਸਿਟੀ ਦੇ ਵਿੱਚ, ਇੱਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਇਹੋ ਜਿਹਾ ਡਿਪਾਰਟਮੈਂਟ ਖੋਲ੍ਹ ਰੱਖਿਆ ਹੈ ਜਿੱਥੇ 90-90 ਹਜ਼ਾਰ ਸਾਲ ਦੀਆਂ ਫੀਸਾਂ ਨੇ, 4 ਸਾਲ ਦਾ ਕੋਰਸ ਹੈ। ਮਤਲਬ ਇੱਕ ਸਟੂਡੈਂਟ ਉੱਥੇ ਘੱਟੋ ਘੱਟ 6-7 ਲੱਖ ਰੁਪਇਆ ਭਰ ਦਿੰਦਾ 4 ਸਾਲ ਦੇ ਵਿੱਚ ਹੈ ਨਾ। ਤਾਂ ਇਹ ਇਹੋ ਜਿਹੇ ਜਿਹੜੇ ਡਿਪਾਰਟਮੈਂਟ ਨੇ, ਸੈਲਫ ਫਾਈਨਾਂਸਡ ਕਿਹਾ ਜਾਂਦਾ ਹੈ ਕਿ ਬੱਚਿਆਂ ਤੋਂ ਪੈਸਾ ਇਕੱਠਾ ਕਰੋ ਤੇ ਡਿਪਾਰਟਮੈਂਟ ਚਲਾਓ, ਸਰਕਾਰ ਕੋਈ ਫੰਡ ਨਹੀਂ ਦੇਊਗੀ ਹੈ ਨਾ। ਤਾਂ ਇਹ ਡਿਪਾਰਟਮੈਂਟ ਨੇ ਪਬਲਿਕ ਯੂਨੀਵਰਸਿਟੀ, ਸਰਕਾਰੀ ਯੂਨੀਵਰਸਿਟੀ 'ਚ ਹੋਣੇ ਚਾਹੀਦੇ ਆ। ਪਹਿਲਾਂ ਤਾਂ ਇਹ ਸਵਾਲ ਹੈ। ਸਮਾਂ ਦੀ ਆਪਾਂ ਗੱਲ ਇਹ ਕਰਨੀ ਸੀ ਉਹ ਡਿਪਾਰਟਮੈਂਟਾਂ ਨੂੰ ਰੈਗੂਲਰ ਕਿਵੇਂ ਕੀਤਾ ਜਾਵੇ, ਉਹਨਾਂ ਦੀਆਂ ਫੀਸਾਂ ਆਮ ਡਿਪਾਰਟਮੈਂਟਾਂ ਵਾਂਗੂ 15-15, 20-20 ਹਜ਼ਾਰ ਕਿਵੇਂ ਕੀਤੀਆਂ ਜਾਣ। ਪਰ ਉਲਟਾ ਕੀ ਹੋ ਰਿਹਾ, ਹਰ ਸਾਲ ਫੀਸ ਵੱਧਦੀ ਜਾ ਰਹੀ ਹੈ। ਪਹਿਲਾਂ ਉਹਨੇ 90,000 80,000 ਤੋਂ ਸ਼ੁਰੂ ਹੋਈ ਸੀ, ਅੱਜ 1,05,000 ਹੈ ਨਾ। ਹੁਣ 1,05,000 ਦੇ ਜਿਹੜੀ ਅਮਾਊਂਟ ਆ ਉਹਨੂੰ ਦੇਖ ਕੇ ਸਟੂਡੈਂਟ ਘਬਰਾ ਗਏ ਹੈ ਨਾ। ਉਹਨਾਂ ਨੇ ਇੱਕ ਅੰਦੋਲਨ ਲੜਨ ਦਾ ਹੁਣ ਫੈਸਲਾ ਲਿਆ ਗਾ। ਅੱਜ ਇੱਕ ਵਾਰਨਿੰਗ ਪ੍ਰੋਟੈਸਟ ਸੀਗਾ
ਇੱਕ ਸਿਰਫ ਵਾਰਨਿੰਗ ਪ੍ਰੋਟੈਸਟ ਸੀ, ਕਿਉਂਕਿ ਇਸ਼ੂ ਲੰਬਾ ਚੱਲਣਾ ਹੈ, ਆਪਾਂ ਨੂੰ ਪਤਾ ਹੈ ਇਹ ਕੋਈ ਆਮ ਇਸ਼ੂ ਨਹੀਂ ਹੈਗਾ, ਇਹ ਲੱਖਾਂ ਕਰੋੜਾਂ ਰੁਪਏ ਦੀ ਗੱਲ ਹੈ ਯੂਨੀਵਰਸਿਟੀ ਵਾਸਤੇ, ਉਹ ਐਂ ਨਹੀਂ ਘਟਾਊਗੀ। ਆਪਾਂ 2017 ਦਾ ਵੀ ਸਟਰਗਲ ਲੜਿਆ, 2014 ਦਾ ਵੀ ਸਟਰਗਲ ਲੜਿਆ ਫੀਸਾਂ ਦਾ, ਆਪਾਂ ਨੂੰ ਪਤਾ ਮਹੀਨਾ 20 ਦਿਨਾਂ 'ਚ ਸਟਰਗਲ 'ਚ ਲੱਗ ਜਾਂਦੇ ਆ। ਤਾਂ ਸਟੂਡੈਂਟ ਰਿਆਂ 'ਚ ਇੱਕ ਵਾਰਨਿੰਗ ਗੈਦਰਿੰਗ ਕੀਤੀ ਸੀ, 200-250 ਸਟੂਡੈਂਟਸ ਨੇ ਆਪਣੀਆਂ ਕਲਾਸਾਂ ਬਾਇਕਾਟ ਕਰਕੇ ਉੱਥੇ ਡਾਇਰੈਕਟਰ ਆਫਿਸ ਦੇ ਸਾਹਮਣੇ ਇੱਕ ਇਕੱਠ ਕੀਤਾ ਤੇ ਕਿਹਾ 3 ਡਿਮਾਂਡਾਂ ਸੀਗੀਆਂ, ਫੀਸਾਂ ਵਾਪਸ ਲਓ, ਦੂਜਾ ਕਿ ਹਰ ਸਾਲ ਨਵਾਂ ਸਟਰਕਚਰ ਲਿਆ ਕੇ ਸਾਡੀਆਂ ਫੀਸਾਂ ਵਧਾਉਣੀਆਂ ਬੰਦ ਕਰੋ। ਇਹ 2 ਡਿਮਾਂਡਾਂ ਤੇ ਅੱਜ ਪ੍ਰੋਟੈਸਟ ਸੀਗਾ। ਇਹ ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ ਲੱਗਦਾ ਕਿ ਇੱਕ ਸਿੱਧੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇੱਕ ਆਵਾਜ਼ ਸੁਣੀ ਸੀ ਕਿ ਜਿਹੜੀ ਲਗਾਤਾਰ ਚਰਚਾ ਦਾ ਵਿਸ਼ਾ ਰਹੀ ਕਿ ਯੂਨੀਵਰਸਿਟੀ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਜਾਂ ਸਿੱਧੇ ਤੌਰ ਤੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਲੱਗਦਾ ਕਿ ਉਧਰ ਹੀ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਿੱਧੇ ਜਾਂ ਸਿੱਧੇ ਤੌਰ ਤੇ। ਬਈ ਜਦੋਂ ਵੀ ਇੱਥੇ ਫੀਸਾਂ ਵੱਧਦੀਆਂ ਨੇ ਨਾ, ਜਦੋਂ ਵੀ ਫੀਸਾਂ ਵੱਧਦੀਆਂ ਨੇ, ਸੈਂਟਰ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੈ ਹਨਾ, ਪਬਲਿਕ ਸੈਕਟਰ ਨੂੰ ਵੇਚਣਾ, ਪ੍ਰਾਈਵੇਟ ਬਣਾਉਣਾ, ਉਹੀ ਸੇਮ ਪਾਲਿਸੀ ਇੱਥੇ ਲਾਗੂ ਹੋ ਰਹੀ ਹੈ। ਇਹ ਯੂਨੀਵਰਸਿਟੀ ਜੇ ਬੰਦ ਹੋਊਗੀ ਫਿਰ ਹੀ ਚਿਤਕਾਰਾ ਯੂਨੀਵਰਸਿਟੀ ਚੱਲੂ ਨਾ। ਜੇ ਯੂਨੀਵਰਸਿਟੀ ਬੰਦ ਹੋਊਗੀ ਫਿਰ ਹੀ LPU 'ਚ ਜਵਾਕ ਜਾਣਗੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਾਣਗੇ। ਮਤਲਬ ਇਸ ਯੂਨੀਵਰਸਿਟੀ ਨੂੰ ਬਣਾਉਣ ਦੀ ਨਾ ਇੱਕ ਸੈਂਸ ਸੀਗੀ। ਜਦੋਂ ਇਹ ਯੂਨੀਵਰਸਿਟੀ ਲਾਹੌਰ ਤੋਂ ਇੱਧਰ ਆਈ ਤਾਂ ਪਬਲਿਕ ਯੂਨੀਵਰਸਿਟੀ ਨੂੰ ਬਣਾਉਣ ਦੀ ਇੱਕ ਸੈਂਸ ਹੁੰਦੀ ਹੈ, ਇੱਕ ਮਤਲਬ ਹੁੰਦਾ ਹੈ ਕਿ ਇੱਥੇ ਹਰ ਇੱਕ ਤਬਕੇ ਦਾ ਜਵਾਕ ਪੜੂਗਾ, ਸਮਾਜ 'ਚ ਜਾਊਗਾ ਤੇ ਸਮਾਜ ਨੂੰ ਸੁਧਾਰੂਗਾ। ਕੀ LPU, CU, ਚਿਤਕਾਰਾ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਬਣਾਉਣ ਦਾ ਵੀ ਇਹੀ ਮਤਲਬ ਹੈ? ਇਹ ਮਤਲਬ ਨਹੀਂ ਹੈਗਾ। ਉਹ ਬਣਾਈਆਂ ਗਈਆਂ ਨੇ ਕਿ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਤੇ ਉਹ ਪੜ੍ਹਾਈ 'ਚੋਂ ਪੈਸੇ ਕਮਾਵਾਂਗੇ, ਉਹ ਇਹਦੇ ਵਾਸਤੇ ਬਣਾਈਆਂ ਗਈਆਂ ਨੇ। ਤੇ ਇਹ ਪਬਲਿਕ ਯੂਨੀਵਰਸਿਟੀ ਇਹਦੇ ਵਾਸਤੇ ਬਣਾਈ ਗਈ ਹੈ ਕਿ ਇੱਥੇ ਇੱਕ ਸਸਤੀ ਐਜੂਕੇਸ਼ਨ, ਇੱਕ ਮਾਰਜਨਲਾਈਜ਼ ਸੈਕਸ਼ਨ ਨੂੰ ਹਨਾ, ਇੱਕ ਗਰੀਬ ਤਬਕੇ 'ਚ ਆਉਣ ਵਾਲੇ ਜਵਾਕ ਨੂੰ ਇੱਥੇ ਪੜ੍ਹਾਈ ਮਿਲੇ ਤੇ ਆਉਣ ਵਾਲੇ ਸਮੇਂ 'ਚ ਉਹ ਸਮਾਜ ਵਾਸਤੇ ਕੁਝ ਕਰੇ। ਬੜੀ ਹੈਰਾਨੀ ਨਹੀਂ ਹੁੰਦੀ ਕਿ ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਵਿੱਦਿਆ ਜਿਹੜੀ ਹੈਗੀ ਹੈ ਉਹਦਾ ਵਪਾਰੀਕਰਨ ਨਹੀਂ ਹੋਣਾ ਚਾਹੀਦਾ, ਵਿੱਦਿਆ ਕਦੇ ਵੀ ਲਾਹੇ ਦਾ ਧੰਦਾ ਨਹੀਂ ਬਣਨਾ ਚਾਹੀਦਾ, ਪਰ ਅੱਜ ਉਹੀ ਕੁਝ ਸਿੱਧੇ ਤੌਰ ਤੇ ਕੀਤਾ ਜਾ ਰਿਹਾ ਹੈਗਾ। ਹਾਂ, ਅਸੀਂ ਵੀ ਨਾ ਅਥਾਰਟੀ ਨੂੰ ਇਹੀ ਆਰਗੂਮੈਂਟ ਦੇ ਰਹੇ ਹਾਂ ਕਿ ਵਿੱਦਿਆ ਕੋਈ ਚੀਜ਼ ਨਹੀਂ ਹੈਗੀ ਹਨਾ, ਜਿਹੜੀ ਤੁਸੀਂ ਇਹ ਕਹਿ ਕੇ, ਉਹ ਅਸਲ ਵਿੱਚ ਅਥਾਰਟੀ ਕੀ ਆਰਗੂਮੈਂਟ ਦੇ ਰਹੀ ਹੈ, ਬਹੁਤ ਹਾਸੀ ਆਉਂਦੀ ਹੈ ਇਹ ਗੱਲ ਤੇ। ਉਹ ਕਹਿ ਰਹੀ ਹੈ ਮਹਿੰਗਾਈ ਹੋ ਗਈ ਇਸ ਲਈ ਫੀਸਾਂ ਵਧ ਰਹੀਆਂ ਨੇ। ਜੇ ਮਹਿੰਗਾਈ ਹੋ ਗਈ, ਸਾਡੇ ਘਰਦਿਆਂ ਦਾ ਪੈਸਾ ਤਾਂ ਪਹਿਲੀ ਮਾਰਕੀਟ 'ਚ ਲੱਗ ਰਿਹਾ ਹੈਗਾ ਮਹਿੰਗਾਈ ਦੇ ਕਾਰਨ। ਮਤਲਬ ਜੋ ਉਹਨਾਂ ਦੀ ਸੇਵਿੰਗ ਹੈ, ਉਹ ਜਿਹੜੇ ਸਾਡੇ ਰੋਜ਼ ਦੇ ਕੰਮ ਨੇ, ਪੈਟਰੋਲ ਹਨਾ, ਹੋਰ ਜਿਹੜਾ ਸਮਾਨ ਅਸੀਂ ਖਰੀਦਦੇ ਹਾਂ ਉਹ ਮਹਿੰਗਾ ਹੋ ਰਿਹਾ, ਸਾਡਾ ਸਾਰਾ ਪੈਸਾ ਤਾਂ ਉਹ 'ਚ ਲੱਗ ਰਿਹਾ। ਤੁਸੀਂ ਸਾਨੂੰ ਘੱਟੋ ਘੱਟ ਸਿੱਖਿਆ ਤਾਂ ਸਸਤੀ ਦਿਓ ਹਨਾ। ਸਸਤੀ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਪਹਿਲੇ 90,000 ਰੁਪਏ ਸਾਲ ਦੀ ਫੀਸ ਲੈ ਰਹੇ ਸੀ, ਉਹਨੂੰ 1,05,000 ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਕਿ ਇਸ ਯੂਨੀਵਰਸਿਟੀ ਦੇ ਵਿੱਚ ਕਿੰਨਾ ਦੇ ਜਵਾਕ ਪੜ੍ਹਨਗੇ? ਯੂਨੀਵਰਸਿਟੀ 'ਚੋਂ ਮਾਰਜਨਲਾਈਜ਼ ਸੈਕਸ਼ਨ ਨੂੰ ਬਾਹਰ ਕਰਨ ਦਾ ਤਰੀਕਾ ਇਹ। ਤਾਂ ਜੋ ਫੀਸਾਂ ਦਾ ਵਾਧਾ ਹੈਗਾ, ਉਹ ਸਿੱਧੇ ਤੌਰ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਇਹ ਸੈਕਸ਼ਨ ਇੱਥੇ ਨਾ ਆਵੇ ਹਨਾ, ਸਿਰਫ ਇੱਕ ਤਬਕੇ 'ਚੋਂ ਇੱਥੇ ਸੈਕਸ਼ਨ ਆਵੇ ਜਿਹਦੇ ਇੱਕ ਸਵਾਲ ਵੀ ਅੱਡ ਹੋਣਗੇ। ਉਹਦੇ ਸਵਾਲ ਅੱਡ ਹੋਣਗੇ ਨਾ, ਇੱਕ ਮਾਰਜਨਲਾਈਜ਼ ਸੈਕਸ਼ਨ ਦੇ ਸਵਾਲ ਅੱਡ ਹੁੰਦੇ ਆ ਤੇ ਉਸ ਸੈਕਸ਼ਨ ਦੇ ਸਵਾਲ ਅੱਡ ਹੁੰਦੇ ਆ। ਤਾਂ ਦੋਨੇ ਸਾਰੇ ਸਟੂਡੈਂਟਸ ਨੂੰ ਯੂਨਿਟੀ ਬਣਾ ਕੇ ਇਹ ਜਿਹੜਾ ਇਸ਼ੂ ਹੈ ਇਹਨੂੰ ਸੋਲਵ ਕਰਾਉਣਾ ਚਾਹੀਦਾ। ਇਹ ਬੜੀ ਅਹਿਮ ਚੀਜ਼ ਹੈ, ਇਹ ਬੜੀ ਅਹਿਮ ਲੜਾਈ ਹੈ ਮੈਨੂੰ ਲੱਗਦਾ ਕਿ ਕਿਉਂਕਿ ਬਹੁਤ ਸਾਰੇ ਆਮ ਘਰਾਂ ਦੇ ਲੋਕ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਪਹੁੰਚਦੇ ਨੇ, ਲੱਗਦਾ ਕਿ ਉਹ ਪਹੁੰਚ ਖਤਮ ਕਰਨ ਦੀ ਕੋਸ਼ਿਸ਼ ਹੁਣ ਹੋ ਰਹੀ ਹੈ ਸਿੱਧੇ ਤੌਰ ਤੇ, ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਹੈ। ਹਾਂਜੀ, ਮਤਲਬ ਇਹ ਜਦੋਂ ਆਪਾਂ ਦੇਖੀਏ ਵੀ ਜਿਹੜੀ ਯੂਨੀਵਰਸਿਟੀ ਸਪੇਸ ਹੈ, ਇੱਕ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਲਗਾਤਾਰ ਫੀਸ 'ਚ ਵਾਧਾ ਹੋ ਰਿਹਾ, ਉਹ ਫੀਸ ਦਾ ਵਾਧਾ ਕਿਤੇ ਨਾ ਕਿਤੇ ਆਪਾਂ 2017 ਵਿੱਚ ਬਹੁਤ ਵੱਡੀ ਮਤਲਬ ਮੋਬਿਲਾਈਜੇਸ਼ਨ ਕਰਕੇ ਰੋਕਿਆ ਵੀ ਹੈਗਾ ਆ। ਪਰ ਜਿੰਨੀਆਂ ਫੀਸਾਂ ਹੁਣ ਵੱਧ ਚੁੱਕੀਆਂ ਨੇ ਵੱਖੋ ਵੱਖ ਕੋਰਸਾਂ ਦੇ, ਵੀ ਚਾਹੇ ਉਹ 15,000 ਜਾਂ 20,000 ਵੀ ਕਿਉਂ ਨਾ ਹੋਣ, ਠੀਕ ਹੈ, ਉਹ ਵੀ ਕਿਤੇ ਨਾ ਕਿਤੇ ਮਤਲਬ ਆਲਰੇਡੀ ਇੱਕ ਸੈਕਸ਼ਨ ਨੂੰ ਛੱਡ ਦਿੰਦੀਆਂ ਨੇ। ਜਦੋਂ ਫੀਸ 50-60,000 ਜਿਵੇਂ ਸੈਲਫ ਫਾਈਨੈਂਸ ਕੋਰਸਾਂ ਦੀ 25 ਤੋਂ ਸ਼ੁਰੂ ਹੁੰਦੀ, ਕਿਸੇ ਦੀ 50 ਹੈ, ਕਿਸੇ ਦੀ 60 ਹੈ, ULS ਦੀ 80 ਹੈ ਹਨਾ, ਮਤਲਬ 90 ਹੈ। ਤਾਂ ਜਦੋਂ ਫੀਸਾਂ ਵੱਧਦੇ ਜਾਂਦੇ ਨੇ ਤਾਂ ਇੱਕ ਲਗਾਤਾਰ ਇੱਕ ਸੈਕਸ਼ਨ ਉਹ ਤੋਂ ਛੁੱਟਦਾ ਜਾਂਦਾ ਹੈ। ਜਿਵੇਂ ਜਿਹੜੇ UIT ਵਾਲੇ ਬੱਚੇ ਨੇ ਹਨਾ, ਯੂਨੀਵਰਸਿਟੀ ਇੰਜੀਨੀਅਰ ਜਿਹਨਾਂ ਨਾਲ ਵੀ ਗੱਲ ਹੋਈ ਹੈ, ਉਹ ਕਹਿ ਰਹੇ ਜਿਹੜਾ ਅਸੀਂ ਲੋਨ ਅਪਲਾਈ ਕੀਤਾ ਸੀਗਾ ਫੀਸਾਂ ਭਰਨ ਵਾਸਤੇ, ਸਾਨੂੰ ਉਹ ਥੋੜ੍ਹਾ ਰਿਹਾ ਹੈ। ਮਤਲਬ ਉਹ ਬੱਚੇ ਪ੍ਰਿਵਿਲੇਜ ਘਰਾਂ ਤੋਂ ਨਹੀਂ ਹੈਗੇ, ਉਹ ਲੋਨ ਲੈ ਕੇ ਪੜ੍ਹ ਰਹੇ ਵੀ ਚਲੋ ਸਾਡੀ ਕਿਤੇ ਨਾ ਕਿਤੇ ਪਲੇਸਮੈਂਟ ਹੋ ਜੂਗੀ। ਪਰ ਇਹ ਯੂਨੀਵਰਸਿਟੀ ਦਾ ਜਿਹੜਾ ਕਰੈਕਟਰ ਹੈ, ਮਤਲਬ ਇਹ ਜਿਹੜੀ ਇਹਦੀ ਸੈਂਸ ਹੈ, ਇਹਦੀ ਪਬਲਿਕ ਜਿਹੜੀ ਅੰਡਰਟੇਕਿੰਗਸ ਆਲਰੇਡੀ ਖਤਮ ਕੀਤੀਆਂ ਜਾ ਰਹੀਆਂ ਨੇ। ਬੱਚੇ ਇੰਨਾ ਫੀਸਾਂ ਭਰ ਕੇ ਪਹਿਲਾਂ ਤਾਂ ਲੋਨ ਲੈ ਕੇ ਆਪਣੀ ਇੰਜੀਨੀਅਰਿੰਗ ਕਰਦੇ ਨੇ, ਫਿਰ ਉਹਦੀ ਪਲੇਸਮੈਂਟ ਨਹੀਂ ਹੁੰਦੀ ਹੈਗੀ, ਉਹ ਤੋਂ ਫੀਸਾਂ ਹੋਰ ਵਧਾ ਰਹੇ ਨੇ। ਮਤਲਬ ਕਹਿਣ 'ਚ ਚਾਹੇ ਐ ਹੋ ਜਾਊਗਾ ਵੀ 80 ਤੋਂ ਆਪਾਂ ਕਹਿੰਦੇ 25,000 ਵਧੀਆ, ਜਿਹੜਾ ਆਲਰੇਡੀ 80 ਦੇ ਰਹੇ ਸੀ। ਕੀ ਮਤਲਬ ਸੁਣਨ ਨੂੰ ਲੱਗਦਾ ਬਹੁਤ ਲੋਕ ਇਹੋ ਜਿਹੇ ਆਰਗੂਮੈਂਟ ਦਿੰਦੇ ਨੇ, ਪਰ ਉਹ ਬੱਚੇ ਆਲਰੇਡੀ ਲੋਨ ਤੇ ਪੜ੍ਹ ਰਹੇ ਨੇ, ਉਹ ਅਫੋਰਡ ਨਹੀਂ ਕਰ ਸਕਦੇ ਐਜੂਕੇਸ਼ਨ। ਬੜੀ ਅਹਿਮ ਚੀਜ਼ ਹੈ ਕਿ ਸਰਕਾਰਾਂ ਦੀ ਭੂਮਿਕਾ ਕਿਹੋ ਜਿਹੀ ਹੈ ਪਿਛਲੇ ਦਿਨਾਂ ਦੇ ਵਿੱਚ। ਸਰਕਾਰਾਂ ਦੀ ਅਸੀਂ ਗੱਲ ਕਰੀਏ ਜਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ, ਕਿਉਂਕਿ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਜੁੜਿਆ ਤਾਂ ਮਾਮਲਾ ਸਰਕਾਰ ਦੇ ਨਾਲ ਹੈਗਾ, ਕਿਉਂਕਿ ਫੰਡ ਸਰਕਾਰ ਤੋਂ ਆਉਣੇ ਆ। ਜੇ ਇੱਦਾਂ ਦੇ ਕੋਰਸਿਸ ਚੱਲ ਰਹੇ ਨੇ ਜਿੱਥੇ ਸਾਰੀ ਫੀਸ ਬੱਚਿਆਂ ਤੋਂ ਵਸੂਲੀ ਜਾ ਰਹੀ ਹੈ, ਲੱਗਦਾ ਕਿ ਸਰਕਾਰਾਂ ਵੀ ਚੁੱਪ ਹੋ ਕੇ
ਬੈਠੀਆਂ ਨੇ ਇੱਥੇ ਮੌਕੇ? ਹਾਂਜੀ ਬਿਲਕੁਲ ਚੁਬੋ ਕੇ ਬੈਠੇ ਹਾਂ ਤੇ ਆਪਾਂ ਜੇ ਆਪਾਂ ਵੈਸੇ ਵੀ ਦੇਖੀਏ ਨਾ ਬਜਟ ਦੇ ਵਿੱਚ ਲਗਾਤਾਰ ਐਜੂਕੇਸ਼ਨ ਦਾ ਜਿਹੜਾ ਹੈਗਾ ਉਹ ਪਰਸੈਂਟੇਜ ਘਟਦਾ ਜਾ ਰਿਹਾ ਹੈ। ਮਤਲਬ ਜਿਹੜੇ ਆਪਣਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਜਿਹੜਾ ਪੰਜਾਬ ਸਰਕਾਰੀ ਕਾਲਜ ਬਚਾਓ ਮੰਚ ਹੈ ਨਾ, ਪੰਜਾਬ ਦੇ ਸਰਕਾਰੀ ਕਾਲਜ ਲਗਾਤਾਰ ਖਤਮ ਕੀਤੇ ਜਾ ਰਹੇ, ਸਰਕਾਰੀ ਸਕੂਲ ਲਗਾਤਾਰ ਖਤਮ ਕੀਤੇ ਜਾ ਰਹੇ, ਮਤਲਬ ਉਹ ਪਬਲਿਕ ਐਕਸ਼ਨ ਨਾਲ ਖਤਮ ਹੋ ਰਿਹਾ, ਗਵਰਨਮੈਂਟ ਐਕਸ਼ਨ ਨਾਲ ਖਤਮ ਹੋ ਰਿਹਾ। ਮਤਲਬ ਉਹਦੇ ਵਿੱਚ ਗਵਰਨਮੈਂਟ ਦਾ ਐਕਸ਼ਨ ਕੀ ਹੈ, ਗਵਰਨਮੈਂਟ ਦਾ ਇਨਐਕਸ਼ਨ, ਗਵਰਨਮੈਂਟ ਦਾ ਉਹ ਜਿਹੜੇ ਸਰਕਾਰੀ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਜਾਂ ਜਿਹੜੀਆਂ ਕੁੜੀਆਂ ਦੂਰ ਸਕੂਲ ਨਹੀਂ ਜਾ ਸਕਦੀਆਂ, ਸ਼ਹਿਰ ਨਹੀਂ ਜਾ ਸਕਦੀਆਂ ਹੈ ਨਾ, ਉਹਨਾਂ ਦੇ ਉਹ ਕੁੜੀਆਂ ਜਿਹੜੀਆਂ ਪੜ੍ਹਦੀਆਂ ਨੇ ਮਤਲਬ ਨਾ ਪਹੁੰਚ ਪਾਉਣ ਵਾਲਾ ਉਹ ਜਿਹੜਾ ਇਨਐਕਸ਼ਨ ਹੈ, ਤੁਸੀਂ ਉਹ ਕਾਲਜਾਂ ਨੂੰ ਜਾਂ ਸਕੂਲਾਂ ਨੂੰ ਜਿਹੜਾ ਨਹੀਂ ਦਿੰਦੇ ਹੈਗੇ, ਉਹ ਫੰਡ ਨਹੀਂ ਦਿੰਦੇ ਹੈ, ਉਹ ਇਨਐਕਸ਼ਨ ਕਰਕੇ ਉਹ ਸਿੱਖਿਆ ਲਗਾਤਾਰ ਬਰਬਾਦ ਹੋ ਰਹੀ ਹੈ। ਤੇ ਸਿੱਖਿਆ ਦੇ ਵਿੱਚ ਜਿਹੜਾ ਸਟੇਕ ਹੈਗਾ ਮਤਲਬ ਹੁਣ ਇੱਕ ਆਮ ਘਰ ਦੇ ਬੱਚੇ ਦਾ ਜਿਹੜਾ ਸਟੇਕ ਹੈਗਾ ਉਹ ਪੜ੍ਹੂ ਲਿਖੂਗਾ ਫਿਰ ਨੌਕਰੀ ਮੰਗੂਗਾ। ਹੁਣ ਨੌਕਰੀ ਇਹਨਾਂ ਕੋਲ ਦੇਣ ਨੂੰ ਹੈ ਨਹੀਂ ਗੀ, ਠੀਕ ਹੈ। ਹੁਣ ਜਿਹੜੀ ਅੱਜ ਦੇ ਦੌਰ ਦੀ ਇਨਫਲੇਸ਼ਨ ਵੀ ਹੈਗੀ ਆ ਹੈ ਨਾ, ਮਤਲਬ ਲੋਕਾਂ ਕੋਲ ਡਿਮਾਂਡ ਕਰਨ ਨੂੰ ਹੈ ਨਹੀਂਗਾ ਕੁਛ, ਉਹਨਾਂ ਕੋਲ ਪੈਸੇ ਨਹੀਂ ਹੈਗੇ ਡਿਮਾਂਡ ਕਰਨ ਨੂੰ, ਇਨਫਲੇਸ਼ਨ ਫਿਰ ਵੀ ਵੱਧ ਰਹੀ ਹੈ। ਤਾਂ ਮਤਲਬ ਉਹ ਇੱਕ ਜਿਹੜਾ ਉਹ ਸਾਰੇ ਦੌਰ ਦੇ ਵਿੱਚ ਇਹਨਾਂ ਕੋਲ ਸੋਲੂਸ਼ਨ ਤਾਂ ਹੈ ਨਹੀਂਗਾ ਕੋਈ, ਤਾਂ ਫਿਰ ਇਹ ਲਗਾਤਾਰ ਮਤਲਬ ਹਰ ਸੈਕਟਰ ਤੋਂ ਆਪਦਾ ਹੱਥ ਪਿੱਛੇ ਖਿੱਚ ਰਹੇ, ਚਾਹੇ ਉਹ ਹੈਲਥ ਹੋਵੇ ਚਾਹੇ ਐਜੂਕੇਸ਼ਨ ਹੋਵੇ। ਬੜੀ ਅਹਿਮ ਚੀਜ਼ ਆ ਕਿ ਸਰਕਾਰਾਂ ਕਹਿੰਦੀਆਂ ਨੇ ਕਿ ਐਜੂਕੇਸ਼ਨ ਅਸੀਂ ਦੇਣੀ ਹੈ, ਅਸੀਂ ਮੈਡੀਕਲ ਸਹੂਲਤਾਂ ਦੇਣੀਆਂ ਨੇ, ਪਰ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਜੋ ਇਸ ਤਰੀਕੇ ਨਾਲ ਸਰਕਾਰੀ ਕਾਲਜਾਂ ਦੇ ਵਿੱਚ ਨਹੀਂ ਮਿਲੂਗੀ, ਉਸ ਤਰੀਕੇ ਨਾਲ ਸਸਤੀ ਐਜੂਕੇਸ਼ਨ ਨਹੀਂ ਮਿਲੂਗੀ, ਤਾਂ ਫਿਰ ਲੋਕੀ ਉਹਨਾਂ ਨੂੰ ਮਜਬੂਰਨ ਬਸ ਪ੍ਰਾਈਵੇਟ ਘਰਾਣਿਆਂ ਦੇ ਵੱਲਾਂ ਜਾਣਾ ਪਊਗਾ। ਲੱਗਦਾ ਕਿ ਸਿੱਧੇ ਤੌਰ ਤੇ ਉਹਨਾਂ ਦੇ ਵੀ ਲੁੱਟ ਹੋ ਰਹੀ ਹੈ, ਸਿੱਧੇ ਤੌਰ? ਹਾਂ ਸਿੱਧੇ ਤੌਰ ਤੇ ਲੁੱਟ ਹੋ ਰਹੀ ਹੈ, ਕਿਉਂਕਿ ਇੱਕ ਤਾਂ ਹੈਗਾ ਵੀ ਇੱਕ ਜਿਹੜਾ ਸੈਕਸ਼ਨ ਬਾਹਰ ਜਾਊਗਾ ਸਾਰਾ ਪ੍ਰਾਈਵੇਟ ਅਫੋਰਡ ਨਹੀਂ ਕਰ ਸਕਦਾ ਹੈਗਾ, ਪ੍ਰਾਈਵੇਟ ਦੇ ਵਿੱਚ ਹਰ ਕੋਈ ਪੜ੍ਹ ਹੀ ਨਹੀਂ ਸਕਦਾ, ਤਾਂ ਇੱਕ ਵੱਡਾ ਸੈਕਸ਼ਨ ਐਜੂਕੇਸ਼ਨ ਤੋਂ ਹੀ ਬਾਹਰ ਰਹੂਗਾ ਇਹ। ਮਤਲਬ ਜਿਹੜਾ ਸੈਕਸ਼ਨ ਐਜੂਕੇਸ਼ਨ ਤੋਂ ਬਾਹਰ ਰਹੂਗਾ ਉਹ ਫਿਰ ਉਹ ਨਾ ਨੌਕਰੀ ਦਾ ਕੋਈ ਸਕੋਪ ਹੈ, ਨਾ ਨੌਕਰੀ ਦੀ ਡਿਮਾਂਡ ਕਰੂਗਾ, ਮਤਲਬ ਅਨਰੈਸਟ ਉਹ ਉਵੇਂ ਪੈਦਾ ਹੁੰਦਾ ਜਾਂਦਾ। ਮਤਲਬ ਇਹ ਐਜੂਕੇਸ਼ਨ ਤੋਂ ਬਾਹਰ ਕਰਨ ਦੀ ਗੱਲ ਹੈ ਸਾਰੀ, ਮਤਲਬ ਤੇ ਪ੍ਰਾਈਵੇਟ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਹੈਗਾ ਉਵੇਂ ਆਪਾਂ ਦੇਖੀਏ। ਆਮ ਘਰਾਂ ਦੇ ਲੋਕਾਂ ਤੋਂ ਜਾਂ ਬੱਚਿਆਂ ਤੋਂ ਸਿੱਧੇ ਤੌਰ ਤੇ ਅਸੀਂ ਮੰਨ ਲਈਏ ਕਿ ਹੁਣ ਪੜ੍ਹਾਈ ਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਾਂਜੀ ਬਿਲਕੁਲ ਪੜ੍ਹਾਈ ਖਾਉਣ ਦੀ ਕੋਸ਼ਿਸ਼ ਹੈ ਇਹ ਆਮ ਘਰਾਂ ਦੇ ਬੱਚਿਆਂ ਨੂੰ। ਅੱਜ ਤੁਸੀਂ ਇੱਕ ਸੰਘਰਸ਼ ਕੀਤਾ ਹੈਗਾ ਕਿ ਵਿਦਿਆਰਥੀ ਜਾਗਣ, ਘੱਟੋ ਘੱਟ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੀ ਹੋ ਰਿਹਾ ਹੈਗਾ, ਕਿਉਂਕਿ ਆਮ ਤੌਰ ਤੇ ਅਸੀਂ ਦੇਖ ਲੈਂਦੇ ਹਾਂ ਕਿ ਇਦਾਂ ਦੇ ਸੰਘਰਸ਼ ਨੂੰ ਛੋਟਾ ਜਿਹਾ ਸੰਘਰਸ਼ ਮੰਨ ਲਿਆ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਆਵਾਜ਼ ਨਹੀਂ ਪਹੁੰਚਦੀ ਹੈਗੀ, ਕਿਉਂਕਿ ਪੰਜਾਬ ਤੋਂ ਬੜੀ ਦੂਰ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋ ਜਾਂਦੇ ਨੇ ਤੇ ਸ਼ਾਇਦ ਆਵਾਜ਼ ਪਹੁੰਚੇ ਨਾ ਪਹੁੰਚੇ ਲੋਕਾਂ ਤੱਕ, ਪਰ ਲੱਗਦਾ ਨਹੀਂ ਕਿ ਇਹ ਪੂਰੇ ਆਵਾਮ ਦਾ ਮਸਲਾ ਹੈਗਾ, ਪੂਰੇ ਪੰਜਾਬ ਦੇ ਲੋਕਾਂ ਦਾ ਮਸਲਾ ਹੈਗਾ, ਪੂਰੇ ਜਿਹੜੇ ਸਿੱਧੇ ਤੌਰ ਤੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਕੱਲ੍ਹ ਨੂੰ ਪੜ੍ਹਾਉਣਾ ਹੈਗਾ ਉਹਨਾਂ ਦਾ ਮਸਲਾ ਹੈਗਾ। ਹਾਂ ਮਤਲਬ ਇਹ ਆਪਾਂ ਦੇਖੀਏ ਇਕੱਲਾ ਕਿਸੇ ਇੱਕ ਡਿਪਾਰਟਮੈਂਟ ਦਾ ਇਸ਼ੂ ਨਹੀਂ ਹੈਗਾ, ਮਤਲਬ ਪੂਰੀ ਯੂਨੀਵਰਸਿਟੀ 'ਚ ਫੀਸ ਵੱਧ ਰਹੀ ਹੈ। ਮਤਲਬ ਕੱਲ ਕੀ ਹੋਇਆ, ULS ਡਿਪਾਰਟਮੈਂਟ ਹੈ, ਲਾਅ ਦਾ ਡਿਪਾਰਟਮੈਂਟ ਹੈ, ਉੱਥੇ ਵੀ ਕਲਾਸਾਂ ਬਾਈਕਾਟ ਹੋਈਆਂ ਨੇ, ਉੱਥੇ ਵੀ ਫੀਸ ਵਧ ਰਹੀ, ਪੂਰੀ ਯੂਨੀਵਰਸਿਟੀ ਦੀ ਫੀਸ ਵੱਧ ਰਹੀ ਹੈ। ਤਾਂ ਅਗਰ ਸਾਡੇ ਕੋਲ ਪਹਿਲਾਂ ਕੁਛ ਨਾ ਚੁਣਿੰਦਾ ਯੂਨੀਵਰਸਿਟੀਆਂ ਨੇ ਜਿਹੜੀਆਂ ਸਰਕਾਰੀ ਰਹਿ ਚੁੱਕੀਆਂ ਨੇ, ਹੈ ਨਾ, ਪਟਿਆਲਾ ਯੂਨੀਵਰਸਿਟੀ ਦਾ ਹਾਲ ਦੇਖ ਲਓ ਤੁਸੀਂ, ਚੰਡੀਗੜ੍ਹ ਯੂਨੀਵਰਸਿਟੀ ਦਾ ਹੁਣ ਜਿਹੜਾ ਹਾਲ ਹੋ ਰਿਹਾ ਹੈਗਾ ਹੈ ਨਾ, ਜਾਂ JNDU ਹੈ ਆਪਣੀ ਅੰਮ੍ਰਿਤਸਰ ਯੂਨੀਵਰਸਿਟੀ ਹੈ ਨਾ। ਸੋ ਇਹ ਜਿਹੜੇ ਪਬਲਿਕ ਅਦਾਰੇ ਨੇ ਸਾਡੇ ਪੰਜਾਬ ਦੀ ਵਿਰਾਸਤ ਨੇ, ਹੈ ਨਾ, ਸਾਡੇ ਇੱਥੇ ਲੋਕ ਆਉਂਦੇ ਨੇ ਪੜ੍ਹਨ, ਅਲੱਗ-ਅਲੱਗ ਹੋਰ ਸਟੇਟਸ ਤੋਂ ਵੀ ਇੱਥੇ ਲੋਕ ਆਉਂਦੇ ਨੇ ਪੜ੍ਹਨ। ਤਾਂ ਜੇ ਇਹ ਅਦਾਰੇ ਖਤਮ ਹੁੰਦੇ ਆ, ਸਾਡੀ ਪੰਜਾਬੀਆਂ ਦੀ ਜਿਹੜੀ ਸਿੱਖਿਆ ਹੈ ਨਾ, ਉਹਦੇ ਸਿੱਧੀ ਸੱਟ ਵੱਜੂਗੀ। ਜਿਹੜੀ ਪੰਜਾਬ ਦੇ ਲੋਕਾਂ ਨੇ ਜਿਹੜੇ ਇੱਥੋਂ ਤੰਗ ਹੋ ਗਏ, ਜਿਹੜੇ ਇੱਥੋਂ ਸਟੂਡੈਂਟਸ ਤੰਗ ਹੋ ਗਏ, ਇਹੀ ਗੱਲਾਂ ਤੋਂ ਤੰਗ ਹੋ ਕੇ ਬਾਹਰ ਜਾਂਦੇ ਆ ਨਾ, ਵੀ ਅਸੀਂ ਲੱਖਾਂ ਫੀਸਾਂ ਵੀ ਦੇਈ ਜਾਂਦੇ ਤੇ ਕੁਝ ਮਿਲਦਾ ਵੀ ਕੁਝ ਨਹੀਂ, ਹੈ ਨਾ, ਇਹੀ ਚੀਜ਼ ਤੋਂ ਤੰਗ ਹੋ ਕੇ ਉਹ ਬਾਹਰ ਜਾ ਰਹੇ ਆ। ਤਾਂ ਪੂਰੇ ਪੰਜਾਬ ਦਾ ਇਸ਼ੂ ਹੈ ਇਹ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਅੱਜ, ਕਿਉਂਕਿ ਸਿੱਧੇ ਤੌਰ ਤੇ ਜੇ ਅਸੀਂ ਦੇਖੀਏ ਤਾਂ ਮਸਲੇ ਦਾ ਹੱਲ ਸਰਕਾਰ ਨਹੀਂ ਕਰਨਾ, ਸਰਕਾਰ ਨੂੰ ਕੀ ਅਪੀਲ? ਸਰਕਾਰ ਨੂੰ ਅਸੀਂ ਵਾਰਨਿੰਗ ਆ ਸਾਡੀ, ਅਪੀਲਾਂ ਤਾਂ ਅਸੀਂ ਬਹੁਤ ਭੇਜਤੀਆਂ ਕਿ ਤੁਸੀਂ 2017 ਦਾ ਪ੍ਰੋਟੈਸਟ ਇੱਥੇ ਦੇਖਿਆ ਹੈਗਾ, ਤੁਸੀਂ ਜਦੋਂ ਸਟੂਡੈਂਟਸ ਜਦੋਂ ਜਮ੍ਹਾਂ ਆਪਦੀ ਲਿਮਟ ਪਾਰ ਕਰਕੇ ਪਹਿਲਾਂ ਉਹ 1 ਮਹੀਨਾ ਬੈਠੇ ਰਹੇ, ਤੁਸੀਂ ਉਹਨਾਂ ਦੇ ਲਾਠੀ ਚਾਰਜ ਕੀਤਾ, ਫਿਰ ਇੱਥੇ ਜੋ ਕੁਝ ਹੋਇਆ ਸਾਰਿਆਂ ਨੇ ਦੇਖਿਆ। ਤੁਸੀਂ 2 ਦਿਨ 'ਚ ਫੀਸ ਵਾਪਸ ਲੈ ਲਈ ਸੀ, ਹੈ ਨਾ, ਕਿ ਤੁਸੀਂ ਹੁਣ ਫਿਰ ਚਾਹੁੰਦੇ ਹੋ ਕਿ ਅਸੀਂ ਮਹੀਨਾ ਪਹਿਲਾਂ ਸ਼ਾਂਤਮਈ ਬੈਠੀਏ, ਫਿਰ ਤੁਸੀਂ ਸਾਡੇ ਤੇ ਲਾਠੀ ਚਾਰਜ ਕਰਾਓ, ਹੈ ਨਾ, ਤੇ ਫਿਰ ਜੋ ਕੁਝ ਇੱਥੇ ਹੋਏਗਾ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ, ਪਹਿਲੀ ਗੱਲ। ਤੇ ਜਦੋਂ ਇਹ ਯੂਨੀਵਰਸਿਟੀ ਦਾ ਜੋ ਇਸ਼ੂ ਆ ਉਹ ਬਾਹਰ ਆਮ ਲੋਕਾਂ 'ਚ ਜਾਂਦਾ, ਚੰਡੀਗੜ੍ਹ ਦੇ ਲੋਕਾਂ 'ਚ ਜਾਂਦਾ, ਤਾਂ ਸਾਰਾ ਜਿਹੜਾ ਚੰਡੀਗੜ੍ਹ ਦੇ ਲੋਕ ਨੇ ਇੱਥੇ ਬਹੁਤ ਵਧੀਆ ਰਿਸਪੌਂਸ ਦਿੰਦੇ ਨੇ, ਲੋਕ ਆਉਂਦੇ ਨੇ। ਮਤਲਬ ਤੁਸੀਂ ਜਿੰਨੇ ਵੀ ਪ੍ਰੋਟੈਸਟ ਚੰਡੀਗੜ੍ਹ ਇਸ ਯੂਨੀਵਰਸਿਟੀ 'ਚ ਹੋਏ ਨੇ, ਲੋਕ ਲੰਗਰ ਲੈ ਕੇ ਆਉਂਦੇ ਆ, ਹੈ ਨਾ, ਲੋਕ ਅੱਡ ਤਰੀਕੇ ਨਾਲ ਆਪਦੀ ਹੈਲਪ ਕਰਕੇ ਜਾਂਦੇ ਆ। ਤਾਂ ਜਦੋਂ ਇਹ ਸਾਰਾ ਅੰਦੋਲਨ ਆ ਜਿਹੜਾ ਫੀਸਾਂ ਨੂੰ ਘਟਾਉਣ ਦਾ, ਸਿੱਖਿਆ ਨੂੰ ਬਚਾਉਣ ਦਾ, ਇਹ ਸਾਰੇ ਲੋਕਾਂ ਦਾ ਤੇ ਸਾਰੇ ਲੋਕ ਇਹ ਸਾਥ ਦੇਣ। ਬਿਲਕੁਲ, ਸਰਕਾਰ ਨੂੰ ਤਾਂ ਇਹਨਾਂ ਨੇ ਵਾਰਨਿੰਗ ਦਿੱਤੀ ਕਿ ਸਰਕਾਰ ਤੋਂ ਅਪੀਲਾਂ ਬਹੁਤ ਕਰ ਲਈਆਂ ਪਰ ਹੱਲ ਨਹੀਂ ਹੋ ਰਿਹਾ, ਲੋਕਾਂ ਨੂੰ ਕੋਈ ਆਪਣੇ ਵੱਲੋਂ ਅਪੀਲ ਕਰਨੀ ਹੋਵੇ, ਕਿਉਂਕਿ ਮਸਲਾ ਸਿੱਧੇ ਤੌਰ ਤੇ ਲੋਕਾਂ ਦੇ ਨਾਲ। ਹਾਂਜੀ ਮਤਲਬ ਲੋਕਾਂ ਨੂੰ ਬੇਸਿਕਲੀ ਅਪੀਲ ਹੈ, ਇੱਕ ਸਾਡਾ ਫਰਜ਼ ਵੀ ਬਣਦਾ ਹੈ। ਮਤਲਬ ਯੂਨੀਵਰਸਿਟੀ ਵਿੱਚ ਆਪਾਂ ਪੜ੍ਹਨ ਆਏ ਹਾਂ ਨਾ, ਆਪਾਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਕਿਤੇ ਨਾ ਕਿਤੇ। ਜਿਵੇਂ ਜੇ ਯੂਨੀਵਰਸਿਟੀ ਵਿੱਚ ਵੀ ਆਪਾਂ ਆਵਾਜ਼ ਬੁਲੰਦ ਕਰ ਰਹੇ ਹਾਂ ਵੀ ਇੱਕ ਤਬਕਾ ਪੜ੍ਹਾਈ ਤੋਂ ਬਾਹਰ ਨਾ ਰਵੇ, ਉਹਦੇ ਵਾਸਤੇ ਆਵਾਜ਼ ਬੁਲੰਦ ਕਰ ਰਹੇ ਹਾਂ, ਤਾਂ ਉਵੇਂ ਸਾਡਾ ਵੀ ਬਤੌਰ ਇਸ ਪੈਡੈਸਟਲ ਤੇ ਪਹੁੰਚ ਕੇ, ਯੂਨੀਵਰਸਿਟੀ 'ਚ ਪਹੁੰਚ ਕੇ ਸਾਡਾ ਫਰਜ਼ ਬਣਦਾ ਹੈ ਵੀ ਲੋਕਾਂ ਤੱਕ ਇਹ ਮੈਸੇਜ ਲੈ ਕੇ ਜਾਈਏ ਵੀ ਆਪਣੀ ਸਮੱਸਿਆ ਕਿੱਥੇ ਪਈ ਹੈ, ਕੀ ਪਾਲਿਸੀ ਲੈਵਲ ਤੇ ਗਲਤੀਆਂ ਨੇ, ਹੈ ਨਾ। ਦੂਜੀ ਅਪੀਲ ਹੈ ਵੀ ਲਗਾਤਾਰ ਸੰਘਰਸ਼ ਨਾਲ ਜੁੜੋ, ਕਿਉਂਕਿ ਜੁੜਿਆ ਹੋਇਆ ਸੰਘਰਸ਼ ਹੈ ਨਹੀਂ ਹੈਗਾ ਵੀ ਵਿਦਿਆਰਥੀਆਂ ਦੇ ਜਾਂ ਫਿਰ ਕਿਸੇ
ਕਿਸਾਨਾਂ ਦਾ ਕੱਲਿਆਂ ਦਾ, ਇਹ ਸਾਰੇ ਮਤਲਬ ਜਿਹੜੇ ਸਾਰੇ ਵੀ ਦਬਾਏ ਹੋਏ ਤਬਕੇ ਨੇ, ਓਪਰੈਸ ਤਬਕੇ ਨੇ, ਚਾਹੇ ਔਰਤਾਂ ਹੋਣ, ਦਲਿਤ ਹੋਣ, ਇਹ ਸਾਰਿਆਂ ਦਾ ਜੁੜਿਆ ਹੋਇਆ ਮਸਲਾ, ਸਾਰਿਆਂ ਨੂੰ ਇਹਦੇ ਇਕੱਠੇ ਹੋਣਾ ਪੈਣਾ। ਸੋ ਵਿਦਿਆਰਥੀਆਂ ਨੇ ਸਿੱਧੇ ਤੌਰ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈਗੀ ਕਿ ਗਾਹੇ ਬਗਾਹੇ ਜਿਹੜੀ ਐਜੂਕੇਸ਼ਨ ਹੈਗੀ, ਜਿਹੜੀ ਵਿੱਦਿਆ ਹੈਗੀ ਆ, ਖੋਣ ਦੀ ਕੋਸ਼ਿਸ਼ ਹੋ ਰਹੀ ਹੈ, ਪ੍ਰਾਈਵੇਟ ਘਰਾਂ ਦੇ ਵੱਲਾਂ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜੀਆਂ ਪਬਲਿਕ ਸੈਕਟਰ ਦੇ ਵਿੱਚ ਯੂਨੀਵਰਸਿਟੀ ਹੈਗੀਆਂ ਉਹਨਾਂ ਨੂੰ ਸਿੱਧੇ ਤੌਰ ਤੇ ਲੀਹ ਲਾਉਣ ਦੀ ਕੋਸ਼ਿਸ਼ ਆ ਰਹੀ ਹੈ। ਤਾਂ ਇਸ ਮੌਕੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਮਾਮਲੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ, ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ, ਤਾਂ ਜੋ ਸਰਕਾਰ ਤੇ ਦਬਾਅ ਬਣੇ। ਸਿੱਧੇ ਤੌਰ ਤੇ ਸਰਕਾਰ ਨੂੰ ਵੀ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਹੋਏ ਸਿੱਧੇ ਤੌਰ ਤੇ ਫੀਸ ਵਧਾਉਣ ਨੂੰ ਲੈ ਕੇ, ਤਾਂ ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਣਗੇ, ਤਾਂ ਜੋ ਇਸ ਮਸਲੇ ਦਾ ਕੋਈ ਨਾ ਕੋਈ ਸਿੱਧੇ ਤੌਰ ਤੇ ਹੱਲ ਨਿਕਲ ਸਕੇ। ਫਿਲਹਾਲ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਵੱਲ ਕਿੰਨੀ ਗੰਭੀਰਤਾ ਦੇ ਨਾਲ ਧਿਆਨ ਦਿੰਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।